ਤੈਨੂੰ ਕੀ ਤੈਨੂੰ ਪਹਾੜਾਂ ਦਾ ਭਾਰ ਹੈ ਕੀ ਤੈਨੂੰ ਨਾ ਸਮੁੰਦਰਾਂ ਦਾ ਭਾਰ ਹੈ ਜਿਨ੍ਹਾਂ ਦੇ ਪੜ ਜਿਹੜੇ ਨੇ ਪਾਟ ਕੇ ਪਤਾਲ ਕੁੜੀਆਂ ਲਾਉਂਦੇ ਨੇ ਤੈਨੂੰ ਉਹਦਾ ਭਾਰ ਹੈ ਤੈਨੂੰ ਫੜਾਂ ਤੇ ਫੁੱਲਾਂ ਵਾਲੇ ਦਰਖਤਾਂ ਦਾ ਭਾਰ ਹੈ ਇਹਦਾ ਭਾਰ ਜਵਾਬ ਆਇਆ ਜੋ ਧਿਆਨ ਨਾਲ ਸੁਣੋ ਜਵਾਬ ਜਰਾ ਕੀ ਜਵਾਬ ਹੈ ਨਾ ਕੁਛ ਭਾਰੇ ਪਰਬਤਾਂ ਉਹ ਸਮਾਨ ਖਾਂਦੇ ਮੈਨੂੰ ਉਹਨਾਂ ਦਾ ਭਾਰ ਨਹੀਂ ਜਿਹੜੇ ਪਰਬਤ ਦੀਆਂ ਚੂਕੀਆਂ ਸਮਾਨ ਨਾਲ ਖੇਦੀ ਮੈਂ ਗੁਰਪੁਰਬ ਦੀ ਗੱਲ ਕਰ ਰਿਹਾ ਗੁਰਪੁਰਬ ਤੋਂ ਬਾਅਦ ਵਿੱਚ ਚੱਲਦਾ ਅਭਿਆਸ ਜਦੋਂ ਕਿਸੇ ਦਾ ਜਨਮ ਹੋ ਜਾਂਦਾ ਤਾਂ ਜੀਵਨ ਸ਼ੁਰੂ ਹੋ ਜਾਂਦਾ ਨਾ ਤੇ ਫਿਰ ਉਹਦੀ ਲਾਈਫ ਚੱਲਦੀ ਫਿਰ ਉਹਦੀ ਲਾਈਫ ਦੇ ਵਿੱਚ ਕੀ ਕੀ ਆਉਂਦਾ ਹੈ ਉਹ ਕੀ ਕੀ ਕਰਦਾ ਹੈ ਮੰਜ਼ਲੇ ਮਕਸੂਦ ਤੇ ਕਿਵੇਂ ਪਹੁੰਚਦਾ ਹੈ ਤੁਹਾਡੇ ਕੋਲ ਟਾਈਮ ਹੀ ਨਹੀਂ ਉਹਨੂੰ ਸੁਣਨ ਦਾ ਕੋਈ ਟਾਈਮ ਹੈ ਇੱਥੇ ਬੈਠਦੇ ਨਹੀਂ ਆ ਗਏ ਬੜੇ ਅਫਸੋਸ ਦੀ ਗੱਲ ਹੈ ਗੁਰਪੁਰਬ ਹੋਵੇ ਔਰ ਰਾਤ ਨੂੰ ਬੜੇ ਚਹਿਲ ਪਹਿਲ ਹੋਵੇ ਸਵੇਰ ਨੂੰ ਇੱਥੇ ਸਵੇਰੇ ਅੰਮ੍ਰਿਤ ਵੇਲੇ ਰੌਣਕਾਂ ਲੱਗ ਜਾਣ ਸੰਤ ਆਇਆ ਹੋਇਆ ਕੁੜੀ ਕਹਿੰਦੀ ਆਇਆ ਹੋਇਆ ਉਹ ਰੱਬ ਦਾ ਨਾਮ ਆਹ ਤਾਂ ਤੁਹਾਡਾ ਕੰਮ ਜਿਹੜਾ ਸੀਗਾ ਇਹ ਸਵੇਰੇ ਭਾਵੇਂ ਅੰਮ੍ਰਿਤ ਵੇਲੇ 8 ਵਜੇ ਸ਼ੁਰੂ ਹੋ ਜਾਂਦਾ ਸੰਗਤ 8 ਵਜੇ ਆ ਬੜੇ ਸਟੇਜ ਸ਼ੁਰੂ ਹੋ ਜਾਂਦੀ ਕਿਹੜੀ ਗੱਲ ਹੈ ਮੈਂ ਇੱਕ ਵਾਰੀ ਤੁਹਾਨੂੰ ਦੱਸਣ ਲੱਗਾ ਅਸੀਂ ਅਖੰਡ ਪਾਠ ਸਾਹਿਬ ਦਾ ਭੋਗ ਪਾਉਣਾ ਸੀ ਭੋਗ ਪਾਇਆ ਲੜੀ ਚੱਲਦੀ ਸੀ ਉੱਥੇ ਕੋਈ ਵੀ ਨਾ ਉਹ ਭਾਈ ਸਾਹਿਬ ਗੁਰਦੁਆਰੇ ਵਾਲੇ ਜਿਹੜੇ ਸੀਗੇ ਉਹ ਬੇਟਾ ਉੱਤੇ ਤੇ ਮੈਨੂੰ ਗਿਆਨੀ ਕਹਿੰਦੇ ਬਾਬਾ ਜੀ ਕੋਈ ਵੀ ਨਹੀਂ ਇੱਥੇ ਹੈ ਵੀ ਆਪਾਂ ਇਹ ਕੀਰਤਨ ਕਿਹਨੂੰ ਸੁਣਾਉਣਾ ਮੈਂ ਕਿਹਾ ਕਮਲਿਓ ਇਹ ਤੁਸੀਂ ਕੀਰਤਨ ਜਿਹੜਾ ਹੈ ਇਹ ਗੁਰੂ ਨੂੰ ਸੁਣਾਉਣਾ ਹੈ ਇਹਨੂੰ ਸੁਣਾਉਣਾ ਇਹ ਕੀਰਤਨ ਇਹਨੂੰ ਸੁਣਾਉਣਾ ਆਪਾਂ ਵੇਟ ਕਰਨੀ ਹੈ ਕਿਸੇ ਜਦੋਂ ਤੁਸੀਂ ਇਹਨੂੰ ਸੁਣਾਓਗੇ ਨਾ ਤਾਂ ਫਿਰ ਤੁਹਾਡੇ ਕੋਲ ਆਪੇ ਹੀ ਪਹੁੰਚ ਜਾਣਾ ਆਟੋਮੈਟਿਕ ਨਾਥ ਸੁਪਾਰੇ ਪਰਵਤਾਂ ਅਸਮਾਨ ਖਾਂਦੇ ਨਾਥ ਸੁਪਾਰੇ ਜੀ ਜਾਂ ਕਣ ਗੰਟ ਭਰਨਗੇ ਕੋਈ ਗਣਤੀ ਨਹੀਂ ਗਿਣਨ ਨਾਥ ਸੁਪਾਰੇ ਤਰਵਰਾਂ ਫਲ ਸਫਰ ਭਰਨਗੇ ਨਾਥ ਸੁਪਾਰੇ ਨਦ ਵਾਗੜ ਕੋਟ ਮਹੰਦੇ ਭਾਰ ਕਿਹਦਾ ਤੈਨੂੰ ਭਾਰੇ ਹੋਈ ਆ ਕਰਤ ਘੜ ਮੰਦੇ ਹੋ ਮੰਦੇ ਆ ਜਨਰੇਸ਼ਨ ਜਿਹੜੀ ਨਾ ਕੋਈ ਫਿਰਦੀ ਆਪਣੀ ਇਹਨੂੰ ਪਤਾ ਨਹੀਂ ਚੱਲਣਾ ਕੌਣ ਹੋਇਆ ਗਾ ਵਜਾ ਕੇ ਘਰ ਨੂੰ ਚਲੇਗਾ ਢੋਲੀਆਂ ਬਾਜੇ ਬੜੇ ਸਾਜ਼ ਲੈ ਕੇ ਡੈਕ ਲਾ ਕੇ ਉਹ ਕਰਕੇ ਉਹ ਜਨਰੇਸ਼ਨ ਨੂੰ ਕਿਹੜਾ ਦੱਸਣਾ ਤੁਹਾਡਾ ਕੌਣ ਸੀ ਪੇ ਤੁਹਾਡਾ ਕੌਣ ਰਹਿਬਰ ਸੀ ਕਿਹਨੇ ਤੁਹਾਡੇ ਲਈ ਕੁਰਬਾਨੀ ਦਿੱਤੀ ਕੀ ਕੀਤਾ ਕਿਉਂਕਿ ਬਵਾੜੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਨਾ ਰਾਜਾ ਦੀ ਲੋੜ ਕਿਉਂ ਪੈਂਦੀ ਹੈ ਬਾਬੇ ਦੀ ਗੱਲ ਕਿਉਂ ਪੈਂਦੀ ਹੈ ਬਾਬੇ ਦਾ ਕਿਉਂ ਨਾਂ ਲਿਆ ਜਾਂਦਾ ਹੈ ਬਾਬੇ ਨੇ ਕੀ ਕੀਤਾ ਹੈ ਜੇ ਬਾਬੇ ਦਾ ਪਤਾ ਹੀ ਨਹੀਂ ਹੈ ਵੀ ਮੇਰੇ ਬਾਬੇ ਨੇ ਮੇਰੇ ਲਈ ਆਹ ਕੁਰਬਾਨੀ ਕੀਤੀ ਹੈ ਮੈਨੂੰ ਇਸ ਮੰਜ਼ਿਲ ਤੇ ਉਹਨੇ ਪਹੁੰਚਾਇਆ ਇਸ ਤਰੀਕੇ ਨਾਲ ਤਾਂ ਫਿਰ ਕੀ ਆਪਣੇ ਜਨਰੇਸ਼ਨ ਦੱਸੂਗੀ ਉਹ ਕੌਣ ਹੋਊਗਾ ਕੀ ਹੋਊਗਾ ਉਹਦਾ ਕੋਈ ਕੀ ਸ਼ਕਲ ਸੂਰਤ ਹੋਊਗੀ ਉਹ ਪਿਆਰ ਵਾਲਿਓ ਉਹ ਕਹਿੰਦੇ ਤੈਨੂੰ ਕਿਹੜਾ ਭਾਰਿਆ ਕਹਿੰਦੀ ਭਾਰੇ ਕੋਈ ਅਕਰਤ ਘੜ ਮੰਦੀ ਹੂੰ ਮੰਦੇ ਅਕਰਤ ਘੜ ਕੌਣ ਹੁੰਦੇ ਹੈ ਅਕਰਤ ਘੜਾ ਹਰ ਵਸਰਿਆ ਜੋਨੀ ਪਰਮੇਤ ਅਕਰਤ ਘੜਾ ਨੂੰ ਰੱਬ ਯਾਦ ਨਹੀਂ ਆਉਂਦਾ ਅਕਰਤ ਘੜ ਉਹ ਹੁੰਦੇ ਆ ਜਿਹੜੇ ਉਹਦੀ ਬਣਾਈ ਹੈ ਨਾ ਲੁਕਾਈ ਦੇ ਉੱਤੇ ਜ਼ੁਲਮ ਢਾਉਂਦੇ ਆ ਜਿਹੜੇ ਉਹਦੀ ਲੁਕਾਈ ਦੇ ਨਾਲ ਖਲਵਾੜ ਕਰਦੇ ਆ ਬਾਬਾ ਫਰੀਦ ਜੀ ਕਹਿੰਦੇ ਆ ਫਰੀਦਾ ਖਾਲਕ ਖਲਕ ਮੈਂ ਖਲਕ ਵਸੇ ਰਬ ਮਾਹੇ ਉਹ ਮੰਦਾ ਕਿਸੇ ਨੂੰ ਆਖੇ ਤਿਸ ਨੂੰ ਕੋਈ ਨਾ ਕਹਿੰਦੇ ਜੋ ਤੇ ਵਗੈਰਾ ਹੈ ਹੀ ਕੋਈ ਨਹੀਂ ਤਾਂ ਤੂੰ ਫਰਕ ਕਿਹਦੇ ਨਾਲ ਕਰਦਾ ਤੂੰ ਛੁਆ ਛੱਡ ਕੇ ਨਾ ਕਰਦਾ ਹੋਵੇ ਤੂੰ ਕੌਣ ਹੈ ਤੂੰ ਕਿਵੇਂ ਇਗਨੋਰ ਕਰਦਾ ਹੈ
किसी विद्वान ने बड़ा सुंदर किया वे सूरज ना आके बैठे कोई गरीब धुप्पे। कभी सूरज ने किया वेद्या के वीर बैठे गरीब नहीं बह सकता। धरती ना कह लगे भार जमियार का चंदना कहते कन्या वीरा ताई ठार। चंद सारे रोशनी दिंदा एक नूं नहीं दिंदा। वो छोटे दिंदा वड्डे नूं रोशनी दिंदा राष्ट्रपति नूं भी उही रोशनी दिंदा है ते सानूं भी उही दिंदा है। ਉਹ ਫਿਰ ਕੀ ਹਨੇਰੇ ਦਾ ਪੈ ਗਿਆ ਜਹਾਨ ਉੱਤੇ ਬੰਦਾ ਬੰਦੇ ਤਾਈਂ ਕੁੱਤੇ ਵਾਂਗ ਦੁਰਕਾਰਦਾ। ਹੱਥ ਪੈਰ ਨੱਕ ਕੰਨ ਸਭ ਇੱਕੋ ਜਿਹਾ ਬਣਾਏ ਰੱਬ ਨੇ। ਫਿਰ ਕੀ ਹਨੇਰੇ ਦਾ ਪੈ ਗਿਆ ਜਹਾਨ ਉੱਤੇ ਉਹ ਕੁੱਤਾ ਬੰਦਾ ਕੁੱਤੇ ਵਾਂਗ ਬੰਦਾ ਬੰਦੇ ਤਾਈਂ ਕੁੱਤੇ ਵਾਂਗ ਦੁਰਕਾਰਦਾ। ਫਿਰ ਕੀ ਹਨੇਰੇ ਪੈ ਗਏ ਹੱਥ ਇੱਕੋ ਜਿਹੇ ਕੰਨ ਇੱਕੋ ਜਿਹੇ ਨੱਕ ਇੱਕੋ ਜਿਹੇ नासका अखा शरीर चेहरे लग लग गया खून का बनया मंझ का बनया है जल की पीत पवन का खंभा है। वो है तो बात दसो मैं दुनिया का कोई जल की पीत पवन का खंभा रक्त बूंद का गारा ये तो बगैर हैगा कोई मामले तो बगैर है जाटे तो बगैर है बाणिया तो बगैर है पैसे तो बगैर है शूद्रे तो बगैर है दादे तो बगैर है और दक्षिण तो बगैर है। जल की पीत पवन का खंभे तो ये जल की पीत पवन का खंभा रक्त बूंद का गारा हाड मांस नाड़ी को पिंजर पंखी बसे बेचारा। तो मेर टेर काली रह गई है फिर छुआ शब्द काली रह गई है। झूठा बड़ा कह के उत्ते नीच कह के थोप थोप के ਉਹਨੂੰ बुरे पासे धक देना ਉਹਦੀ जिंदगी ਨਾਲ खिलवाड़ करना है। किते लिखिया गुरु गोबिंद सिंह महाराज ने पता की किया अपने कवि नंद लाल ਨੂੰ एक बारी ਕਹਿਣ लगे भरे दरबार ਵਿੱਚ ਕਹਿੰਦੇ कवि नंद लाल आज ਉਹ कविता सुना ਜਿਹੜੀ मानवता ਦੇ हक ਵਿੱਚ हो। ਜਦੋਂ ਉਹਨੇ ਉੱਠ ਕੇ ਖੜਾ ਹੋਇਆ ਆਗਿਆ ਲਈ ਉਹ ਕਹਿੰਦਾ ਖਲਕ ਰੱਬ ਦੀ ਜਾਣ ਕੇ ਖਲਕ ਦਿਖਾਵੇ ਨਾ ਹੈ। खलक तो रब दी जान के खलक दिखावे ना है खलक दिखावे जो मंद जी खलक को पैदा है। जे धरती की चीज बनाई को ढा दे तो मेरा ख्याल बख्शू नहीं करूँगा। जे की कोई चीज बनाई वो ढा दे बख्श दूंगा। रब दियां मूर्तां बनाइया है और रब ने सारे बनाए ने। रब की मूर्त के सिर दे विच कोई पत काढ़ के पाँदा वो कन्ना च कोई सिक्का पाँदा कोई अखां सलाइयां दिंदा जो कोई पैर कटदा वो गल टल पाँदा है की गल वो रब किते न्याणे है वो नहीं बर्दाश्त करूगा कभी। वो फिर उन्होंने बर्दाश्त नहीं किया। वो किरत घण जिहड़े काम करदे सी किरत घण जिहड़े वो कहंदी मैनूं उन्हां दा भार है उन्हां किरत घणां दा। फिर भाई साहब भाई गुरदास जी ने बड़ा सुंदर बयान किया भी किरत घण हुंदा ही कौन है। उन्हें डेफिनेशन देखो की ध्यान नाल सुनना जरा तुसीं पढ़े लिखे सारे कहते मध च पा के रेता कुत्ते का मांस मध शराब मांस कुत्ते का धरिया मांस गोबरी जंग मंदी वास। वो कह लगे मध च पा के रेता कुत्ते का मांस ते हांडी केड़ी है हांडी सिर दी है। धरिया मांस ओबरी ओदी हांडी बनाई गई तौड़ी बनाई गई ਉਹਦੇ ਵਿੱਚ ਪਾਇਆ ਗਿਆ ਉਹਨੂੰ ਪਾਣੀ ਦੀ ਜਗ੍ਹਾ ਸ਼ਰਾਬ ਪਾਈ ਗਈ। ਮਧ ਚ ਪਾ ਕੇ ਰੇਦਾ ਕੁੱਤੇ ਦਾ ਮਾਂ ਧਰਿਆ ਮਾਂਸ ਗੋਬਰੀ ਜਾਂਕੋ ਮੰਦੀ ਬਾਸ। फिर कहते ऋतु भरिया कपड़ा कर कजल दास वो भी सड़ियान का भरिया बदबू का भरिया है। जो मोहरे किरत घण राजे खड़े देखे ना वो जान कहते नहीं ये किरत घण राजे नजरी पाया किरत घण मत होए बनास। कहती मेरे माही दे खाण दे लायक नहीं तुसीं देख लो किरत घण दी तुलना कर लो फिर ना की वो किरत घण सी लो
ਕਣਾ ਨੇ ਜੋ ਜ਼ੁਲਮ ਕੀਤੇ, ਉਹਨਾਂ ਅਕਰਤ ਕਣਾ ਨੇ ਜੋ ਜ਼ਾਲਮਾਂ ਨੇ ਮਾਨਵਤਾ ਦੀ ਲੁਕਾਈ ਨਾਲ ਖਿਲਵਾੜ ਕੀਤਾ, ਗਰੀਬਾਂ ਨਾਲ ਅਨਿਆਂ ਕੀਤਾ। ਉਹ ਪੁਕਾਰਾਂ ਸੁਣ ਕੇ ਇਸ ਮਾਂ ਦੀਆਂ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਦਾ ਆਸਣ ਹੈਗਾ। ਪੜੋ ਸਾਰੇ ਪਿਆਰ ਦੇ ਨਾਲ ਬੋਲਣਾ ਸਾਰਿਆਂ ਨੇ। ਦਰਗਾਹ ਦੇ ਦੇਖੀ ਹਰ ਜੀ ਨੇ ਐਸੀ ਗੱਲ ਜਗਤ ਦੀ ਹੋਈ। ਨਾ ਮਿਲਦੀ ਕਿਤੇ ਵੀ ਟੋਈ, ਮਜਲੂਮਾਂ ਨੂੰ ਨਾ ਮਿਲਦੀ ਕਿਤੇ ਵੀ ਟੋਈ। ਹੁਣ ਤੂੰ ਕਪੜਵੀ ਦੀ ਵਿਚਾਰਾਂ ਹੋਈਆਂ ਵਿੱਚ ਦਰਗਾਹ ਦੇ। ਦਰਗਾਹ ਦੇ ਦੁਨੀਆ ਵਿੱਚ ਦਰਗਾਹ ਦੇ ਸੋਹਣੇ ਤੂੰ ਪਰਸਰੀ ਦੀ ਵਿਚਾਰਾਂ ਹੋਈਆਂ ਵਿੱਚ ਦਰਗਾਹ ਦੇ। मतभेद बढ़ा के बनाता हिंदू मुसलमाना, बनाता हिंदू मुसलमाना। ਵਿਚਾਰਾਂ ਹੋਈਆਂ ਵਿੱਚ ਦਰਗਾਹ ਦੇ। ਹੁਣ ਤਾਰਾ ਸਟੇਜ ਤੇ ਸਿੰਘ ਮੱਥਾ ਟਿਕਾਈ ਜਾਂਦੇ ਆ, ਆਉਂਦੇ ਆ, ਸੰਗਤ ਮੱਥਾ ਟੇਕਦੀ ਹੈ, ਪਰ ਜਦੋਂ ਦੁੱਖ ਪੈਂਦਾ ਭੀੜ ਪੈਂਦੀ ਹੈ, ਪੁਲ ਦਾ ਕੋਕਾ ਖਾਣ ਵਾਲੇ ਸਭ ਭੱਜਦੇ, ਮੇਰਾ ਲਈ ਕੋਈ ਨਹੀਂ ਮੂਹਰੇ ਆਉਂਦਾ। ਇਹ ਗੁਰੂ ਰਵਿਦਾਸ ਜੀ ਮੂਹਰੇ ਆਉਂਦੇ, ਇਹ ਨਹੀਂ ਕੋਈ ਵੀ ਆਉਂਦਾ। ਇਹ ਮੇਰੇ ਵਾਲੇ ਦੇ ਮੱਥਾ ਟਿਕਾਉਣ ਵਾਲੇ ਉਹ ਸਾਰੇ ਭੱਜ ਭੁੱਜ ਜਾਂਦੇ। ਆ ਜਿਹੜੇ ਆਪਾਂ ਗੱਲਾਂ ਕਰਦੇ ਨਾ, ਆਪਾਂ ਨੂੰ ਬੈਠੇ ਰਹੋ, ਆਪਾਂ ਨੂੰ ਜਿਹੜੀਆਂ ਮਾੜੀਆਂ ਚੰਗੀਆਂ ਗੱਲਾਂ ਅਸੀਂ ਕਰਦੇ ਆ, ਪਰ ਥੋੜ੍ਹਾ ਜਿਹਾ ਆਪਾਂ ਬੋਲਣੀਆਂ ਵੀ ਪੈਣੀਆਂ। ਅੱਗੇ ਪਿੱਛੇ ਦੇਖਣਾ ਪੈਣਾ ਕੀ ਹੋ ਗਿਆ।
ਦੀ ਵਿਚਾਰਾਂ ਹੋਈਆਂ ਵਿੱਚ ਦਰਗਾਹ ਦੇ ਬਾਬਾ ਸਾਹਿਬ ਨਾਮ ਕਲਾਕਾਰ ਆਏ ਨੇ ਮੈਂ ਤੁਹਾਨੂੰ ਨਾਲ ਲਿਆ ਜੀ ਆਪਣੇ ਪੈਰਾਂ ਦੀ ਹੈਲਪ ਕਰੀ ਮਾਤਾ ਧਰਤੀ ਦੀਆਂ ਫਰਿਆਦਾਂ ਸੁਣ ਸੁਣ ਕੇ ਕਹਿੰਦੇ ਆਸਣ ਡੋਲ ਗਿਆ ਰੱਬ ਦਾ ਜਦੋਂ ਸੁਣਿਆ ਕਿ ਆ ਜਨਮ ਹੁੰਦੇ ਨੇ ਤੇ ਸਾਧ ਸੰਗਤ ਜੀ ਉਸ ਵੇਲੇ ਕਹਿੰਦੇ ਰੱਬ ਨੇ ਪਤਾ ਕੀ ਕੀਤਾ ਢਾਸ ਦਿੱਤੀ ਹੌਸਲਾ ਦਿੱਤਾ ਤੂੰ ਆਪਣੇ ਜਾਮੇ ਵਿੱਚ ਜਾ ਮੈਂ ਛੇਤੀ ਕੋਈ ਆਪਣਾ ਦੂਤ ਭੇਜਾਂਗਾ ਛੇਤੀ ਕੋਈ ਮੈਂ ਆਪਣੀ ਦੂਤ ਇੱਥੇ ਭੇਜਾਂਗਾ ਹਿੰਦੁਸਤਾਨ ਦੀ ਧਰਤੀ ਉੱਤੇ ਜਿਹੜੀ ਸਾਰੇ ਜ਼ਬਰ ਜ਼ੁਲਮ ਦਾ ਨਾਸ਼ ਕਰ ਦੇ ਤੁਹਾਨੂੰ ਪਤਾ ਇੱਥੇ ਕਿਹੜੇ ਰਾਜੇ ਮਹਾਰਾਜੇ ਕਿਹੜੇ ਅਹਿਲਕਾਰ ਕਿਹੜੇ ਜ਼ਬਰਦਸਤ ਲੋਕ ਆਏ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਲੁੱਟਿਆ ਰਾਜ ਕੀਤਾ ਪਰ ਲੇਕਿਨ ਪਿਆਰ ਵਾਲਿਓ ਉਹ ਤਾਂ ਸਗੇ ਬਾਹਰਲੇ ਲੋਕ ਉਹਨਾਂ ਨੂੰ ਬਰਦਾਸ਼ਤ ਕੀਤਾ ਸਾਰਿਆਂ ਨੇ ਉਹਨਾਂ ਮੁਕਾਬਲਾ ਕੀਤਾ ਸ਼ਬਦਾਲੀ ਵਰਗਿਆਂ ਦਾ ਪਰ ਜਿਹੜੇ ਲੁਟੇਰੇ ਘਰ ਵਿੱਚ ਹੀ ਸਗੇ ਨਾ ਬੜੇ ਜਿਹੜੇ ਧਾੜਵੀ ਸਾਡੇ ਬੈਠੇ ਸੀ ਤੇ ਅਸੀਂ ਹੁਣ ਉਹਨਾਂ ਦਾ ਕੀ ਕਰੀਏ ਵੇ ਜਿਹੜੇ ਸਾਨੂੰ ਖਾਈ ਜਾਂਦੇ ਸੀ ਸਾਡੇ ਉੱਤੇ ਜ਼ੁਲਮ ਕਰੀ ਜਾਂਦੇ ਸੀ ਉਹ ਸਾਡੇ ਹੀ ਕਰੀ ਜਾਂਦੇ ਸਾਡੇ ਉੱਤੇ ਜ਼ੁਲਮ ਤੇ ਫਿਰ ਪਰਮੇਸ਼ਰ ਅਕਾਲ ਪੁਰਖ ਨੇ ਸੁਣੀ ਫਰਿਆਦ ਆਹ ਜਿਹੜੀ ਰੂਹ ਬੈਠੀ ਆ ਨਾ ਜਿਹਦੇ ਤੁਸੀਂ ਚਰਨਾਂ 'ਚ ਬੈਠੇ ਬਹੁਤ ਵਧੀਆ ਮੰਦਰ ਇਹ ਸੀ ਜਿਹੜਾ ਤੁਸੀਂ ਬਣਾਇਆ ਨਾ ਜਿਹਦੇ ਨਾਂ ਦੇ ਉੱਤੇ ਇਹ ਫਿਰ ਜੋਤ ਜਿਹੜੀ ਇਹਨੂੰ ਹੁਕਮ ਹੋਇਆ ਫਿਰ ਧਿਆਨ ਜੋ ਕਹਿੰਦੇ ਨਾ ਕੋਈ ਕਹਿੰਦਾ ਜੀ ਏਦਾਂ ਕੋਈ ਕਹਿੰਦਾ ਏਦਾਂ ਉਹ ਭਗਤੀ ਕਰ ਕਰਕੇ ਸਹਿਜ ਕਰਕੇ ਉਹ ਫਿਰ ਏਦਾਂ ਭਗਤ ਬਣ ਜਾਂਦੇ ਉਹ ਏਦਾਂ ਹੋ ਜਾਂਦੀ ਏਦਾਂ ਹੋ ਜਾਂਦੀ ਏਦਾਂ ਨਹੀਂ ਹੁੰਦੀ ਭਗਤ ਨੇ ਕਿਹਦੀ ਭਗਤੀ ਕਰਨੀ ਭਗਤ ਰੱਬ ਨੇ ਜਿਹੜਾ ਆਪੇ ਰੱਬ ਬਣ ਕੇ ਦੁਨੀਆ ਤੇ ਆਇਆ ਉਹ ਤਾਂ ਆਪੇ ਖੁਦ ਆਇਆ ਉਹ ਤਾਂ ਲੋਕਾਂ ਨੂੰ ਭਗਤੀ ਕਰਾਉਣ ਆਇਆ ਉਹ ਤਾਂ ਬੰਦਗੀ ਕਰਾਉਣ ਆਇਆ ਉਹ ਤਾਂ ਲੋਕਾਂ ਦੇ ਬੰਧਨ ਕੱਟਣ ਆਇਆ ਦੁਖੀਆਂ ਨੇ ਤਾਂ ਪਰਮੇਸ਼ਰ ਨੇ ਪਤਾ ਕੀ ਕੀਤਾ ਫਿਰ ਉਹ ਆਪਣੇ ਇੱਕ ਜੋਤ ਭੇਜੀ ਜਿਹੜੀ ਅੱਜ ਤੁਸੀਂ ਚਰਨ ਸਦ ਵਿੱਚ ਬਹਿ ਕੇ ਜਿਹਦਾ ਦਿਹਾੜਾ ਪ੍ਰਕਾਸ਼ ਦਿਹਾੜਾ ਮਨਾ ਰਹੇ ਜਿਹਦਾ ਪ੍ਰਕਾਸ਼ ਦਿਹਾੜਾ ਜਿਹਦਾ ਪ੍ਰਕਾਸ਼ ਹੋਇਆ ਦੁਨੀਆ ਤੇ ਅੱਜ ਤੱਕ ਨਹੀਂ ਹੋਇਆ ਪ੍ਰਕਾਸ਼ ਦਾ ਮਤਲਬ ਹੁੰਦਾ ਹੈ ਕਦੀ ਵੀ ਨਾ ਜਾਣ ਵਾਲਾ ਜਨਮ ਦਿਨ ਹੁੰਦਾ ਹੈ ਸਾਲ ਲਈ 2 ਸਾਲਾਂ ਲਈ ਜਦੋਂ ਉਹਦਾ ਸਰੀਰ ਗਿਆ ਤੇ ਨਾਲੇ ਜਨਮ ਦਿਨ ਗਿਆ ਪਰ ਇਹ ਪ੍ਰਕਾਸ਼ ਹੈ ਜਨਮ ਦਿਹਾੜਾ ਨਹੀਂ ਪ੍ਰਕਾਸ਼ ਹੈ ਇਹ ਪ੍ਰਕਾਸ਼ ਦਿਹਾੜਾ ਹੈ ਦੁਨੀਆ ਉੱਤੇ ਪ੍ਰਕਾਸ਼ ਹੋ ਗਿਆ ਮਹਾਨ ਪ੍ਰਕਾਸ਼ ਹੋ ਗਿਆ ਕਿਹੜਾ ਹੋਇਆ ਉਸ ਵਕਤ ਹਰ ਜੀ ਹਰ ਜੀ ਨੇ ਕੀਤੀ ਜੋਤ ਚ ਜੋਤ ਨਿਆਰੀ ਉਸ ਵਕਤ ਹਰ ਜੀ ਨੇ ਕੀਤੀ ਜੋਤ ਚ ਜੋਤ ਨਿਆਰੀ ਭਾਰਤ ਵਿੱਚ ਵੇਚਣ ਨੂੰ ਜ਼ੁਲਮ ਨਾ ਕਰੀ ਗਰੀਬਾਰੀ ਪਰਸਰੀ ਦੀ ਕਰ ਹੋਈਆਂ ਵਿੱਚ ਦਰਗਾਹ ਦੇ ਸੁਣ ਤੂੰ ਕਪਰ
ਜਿਸ ਜੋਤ ਦੇ ਬਦਲੇ ਜਿਹਦੀ ਪ੍ਰਸ਼ੰਸਾ ਅੰਦਰ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਰਮਾਨ ਕੀਤਾ ਹੈ, ਰਵਿਦਾਸ ਧਵਾਂਤਾ ਢੋਰ ਨੀਤ। ਆਪਣਿਆਂ ਦੀ ਸਿਫਤ ਸਾਰੀ ਦੁਨੀਆ ਕਰਦੀ ਹੈ, ਮੈਂ ਆਪਣੇ ਬਾਪੂ ਦੀ ਸਿਫਤ ਕਰਦਾ। ਮੇਰਾ ਫਰਜ਼ ਹੈ, ਮੇਰੇ ਬਾਪੂ ਨੇ ਮੇਰੇ ਤੇ ਪਰਉਪਕਾਰ ਕੀਤੇ ਹੈ, ਮੈਨੂੰ ਜਨਮ ਦਿੱਤਾ ਹੈ, ਮੈਨੂੰ ਪਾਲਿਆ ਪੋਸਿਆ, ਮੈਨੂੰ ਵਿਦਿਆ ਦਿੱਤੀ, ਐਜੂਕੇਟਡ ਬਣਾਇਆ, ਐਜੂਕੇਸ਼ਨ ਦਿੱਤੀ, ਮੈਨੂੰ ਮੁਕਾਮ ਤੇ ਪਹੁੰਚਾਇਆ। ਮੇਰਾ ਫਰਜ਼ ਆਪਣੇ ਬਾਪੂ ਦੀ ਸਿਫਤ ਕਰਨਾ। ਪਰ ਜੇ ਮੇਰਾ ਬਾਪੂ ਬਹੁਤਾ ਹੀ ਚੰਗਾ ਹੈ ਤੇ ਗੁਆਂਢੀ ਵੀ ਕਹਿੰਦਾ ਹੈ, ਦੂਜੀ ਕਾਸਟ ਦਾ ਵੀ ਕਹਿੰਦਾ ਹੈ, ਹੋਰ ਵੀ ਕਹਿੰਦੇ ਹੈ ਬਈ ਬਾਪੂ ਬੜਾ ਚੰਗਾ ਤੇਰਾ, ਤੇਰੇ ਬਾਪੂ ਨੇ ਬੜੀ ਮਿਹਨਤ ਕੀਤੀ, ਤੇਰੇ ਬਾਪੂ ਨੇ ਤੈਨੂੰ ਇਸ ਮੁਕਾਮ ਉੱਤੇ ਪਹੁੰਚਾਇਆ, ਸਵਾਦ ਫਿਰ ਹੋ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਰਵਿਦਾਸ ਢਵਾਂਤਾ ਢੋਰ ਨੀਤ, ਤਿੰਨ ਤਿਆਗੀ ਮਾਇਆ ਦਾ ਤਿਆਗੀ ਹੋਇਆ। ਇਹ ਸਪਸ਼ਟ ਮਿਲਦੀ ਹੈ ਗੱਲ। ਦੇਖੋ, ਮਾਇਆ ਨਾਲ ਪਿਆਰ ਨਹੀਂ ਕੀਤਾ। ਉਹਨਾਂ ਦੇ ਆਸਣ ਤੇ ਰੋਜ਼ 5 ਮੋਹਰਾਂ ਆਉਂਦੀਆਂ ਹੁੰਦੀਆਂ ਸੀ ਸੋਨੇ ਦੀ, ਚੱਕ ਕੇ ਏਦਾਂ ਇੱਕ ਪਾਸੇ ਰੱਖ ਦਿੰਦੇ ਸੀ। ਵਿਸ਼ਨੂੰ ਭਗਵਾਨ ਆਪਣਾ ਭੇਸ ਬਦਲ ਕੇ ਪਾਰਸ ਦੀ ਬੱਟੀ ਰੱਖ ਕੇ ਸੋਨਾ ਬਣਾਉਣ ਵਾਲੀ, ਸਾਲ ਬਾਅਦ ਆਇਆ, ਪੁੱਛਿਆ, ਕਹਿੰਦੇ ਦੇਖ ਲੈ ਜਿੱਤੇ ਹੋਵੇਗੀ ਲੈ ਲੈ। ਉਹਦਾ ਹੀ ਛੰਨ ਚੋਂ ਕੱਢ ਲਈ, ਵਰਤੀ ਹੀ ਨਹੀਂ। ਗੁਰੂ ਅਰਜਨ ਸਾਹਿਬ ਦੀ ਦੇਈ ਸਮਦ੍ਰਿਸ਼ਟੀ ਬਹੁਤ ਸੀ। ਉਹਨਾਂ ਨੇ ਕਿਹਾ ਕਿ ਮਾਇਆ ਦਾ ਤਿਆਗੀ ਹੋਏ ਨੇ, ਪ੍ਰਗਟ ਹੋਆ ਸਾਧ ਸੰਗ, ਸੰਗਤਾਂ 'ਚ ਪ੍ਰਗਟ ਹੋਏ ਆ। ਤੇ ਫਿਰ ਤਾਂ ਤੂੰ ਕਿੱਦਾਂ ਕਹੂੰਗਾ ਵੀ ਉਹ ਭਗਤੀ ਕਰਕੇ ਬਣਿਆ ਹੈਗਾ ਗੁਰੂ, ਭਗਤੀ ਕਰਕੇ ਇੱਥੇ ਤੱਕ ਆਇਆ। ਉਹ ਤਾਂ ਕਹਿੰਦੇ ਪ੍ਰਗਟ ਹੋਇਆ ਸਾਧ ਸੰਗ, ਔਰ ਦਰਸ਼ਨ ਪਾਇਆ। ਹਰੀ ਰੂਪੀ ਭਗਵਾਨ ਅਕਾਲ ਪੁਰਖ ਪਿਆਰੇ ਦੇ ਦਰਸ਼ਨ ਪਾਏ ਨੇ ਸਾਰੇ। ਗੁਰੂ ਰਾਮਦਾਸ ਮਹਾਰਾਜ ਪਤਾ ਕੀ ਕਹਿੰਦੇ, ਧਿਆਨ ਨਾਲ ਉਹਨਾਂ ਦੀ ਪੰਕਤੀਆਂ ਸੁਣਿਓ। ਗੁਰੂ ਰਾਮਦਾਸ ਮਹਾਰਾਜ ਜੀ ਕਹਿ ਰਹੇ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਤੀ, ਕਹਿੰਦੇ ਰਵਿਦਾਸ ਚਮਾਰ ਉਸਤਤ ਕਰੇ। ਕਹਿੰਦੇ ਕਾਂਸ਼ੀ ਦੇ ਵਿੱਚ ਰਵਿਦਾਸ ਚਮਾਰਾਂ ਦੇ ਘਰ ਜਿਹਨੇ ਜਨਮ ਲਿਆ, ਚਮਾਰ ਵੰਸ਼ ਦੇ ਵਿੱਚ। ਪੁੱਛਾ ਨਾ ਕਰੇ ਗੁਰੂ ਜੇ ਕੋਈ ਚਮਾਰ ਹੋਏ, ਮੈਂ ਤੁਹਾਨੂੰ ਦੱਸਾਂ ਸਿੱਧੀ ਗੱਲ, ਤੁਹਾਡੀ ਚਮਰ ਵੰਸ਼ ਬਹੁਤ ਵੱਡੀ ਹੈ। ਚਮਰ ਵੰਸ਼ ਤੋਂ ਚਮਾਰ ਸ਼ਬਦ ਬਣਿਆ ਹੈ। ਤੁਹਾਡੀ ਚਮਰ ਵੰਸ਼ ਦੀ ਵੱਡੀ ਵੰਸ਼ ਹੈ, ਜਿਹਦੇ ਵੱਡੇ ਵੱਡੇ ਰਾਜੇ ਮਹਾਰਾਜੇ ਹੋਏ ਆ। ਚਮੁੰਡਾ ਰਾਜਾ ਹੋਇਆ ਹੈ, ਚਮਰ ਸ਼ਹਿਰ ਰਾਜਾ ਹੋਇਆ ਹੈ। ਉਹ ਪਿਆਰ ਵਾਲਿਓ, ਜਿਹੜੇ 2 ਕਰੋੜ 56,97,925 ਵਰਸ ਇੱਥੇ ਰਾਜ ਕੀਤਾ। ਤੁਸੀਂ ਕੀਤਾ ਰਾਜ, ਧਿਆਨ ਦੇਣਾ ਮੇਰੀ ਗੱਲ। ਤੁਸੀਂ ਕਮਜ਼ੋਰ ਨਹੀਂ ਹੈ, ਤੁਸੀਂ ਕਮਜ਼ੋਰ ਨਹੀਂ, ਤੁਹਾਨੂੰ ਕਮਜ਼ੋਰ ਕੀਤਾ ਗਿਆ। ਤੁਸੀਂ ਮੰਗਤੇ ਨਹੀਂ ਹੈ, ਤੁਹਾਨੂੰ ਮੰਗਤੇ ਬਣਾਇਆ ਗਿਆ। ਤੁਸੀਂ ਦੁਨੀਆ ਦੇ ਰਾਜੇ ਮਹਾਰਾਜੇ। ਇਤਿਹਾਸ ਪੜ੍ਹਿਓ ਕਦੀ, ਚਵਰ ਪੁਰਾਣ ਗ੍ਰੰਥ ਪੜ੍ਹਿਓ, ਤੁਸੀਂ ਚਵਰ ਪੁਰਾਣ ਗ੍ਰੰਥ ਪੜ੍ਹਿਓ। 2,56,97,925 ਵਰਸਾਂ ਤੁਸੀਂ ਰਾਜ ਕੀਤਾ। ਹਿੰਦੁਸਤਾਨ ਦੇ ਚੱਕਰਵਰਤੀ ਤੁਸੀਂ ਰਾਜੇ ਰਹੇ। ਸ਼ੈਤਾਨ ਲੋਕਾਂ ਨੇ ਥੋੜਾ ਰਾਜ ਖੋਇਆ। ਉਹ ਸ਼ੈਤਾਨ ਲੋਕ ਜਿਨ੍ਹਾਂ ਨੇ ਮਨ ਚਾਹੇ ਜ਼ੁਲਮ ਕੀਤੇ ਹੈ। ਸ਼ੂਦਰ ਨਾਰੀਆਂ ਢੋਰ ਤੇ ਨੇ ਡੰਡੇ ਦੇ, ਸ਼ੂਦਰ ਨਾਰੀ ਇਸਤਰੀ ਜ਼ੁਲਮ ਕੀਤਾ। ਇਸਤਰੀ ਗੁਰੂ ਰਵਿਦਾਸ ਨੇ ਇਸਤਰੀ ਨੂੰ ਵੜ ਲੈਣ ਲਾਇਆ, ਨਾਮਦਾਨ ਦਿੱਤਾ। ਉਹਦੀ ਸ਼ੋਭਾ ਬਣਾਈ ਵੀਰਾਂ ਦੀ, ਭਾਨੂਮਤੀ ਦੀ, ਅਨੂਪ ਕੌਰ ਦੀ, ਝਾਲਾਵਾਏ ਦੀ। ਇੱਕ ਨਹੀਂ ਹੈ, ਇੱਕ ਨਹੀਂ ਹੈ। ਕਦੀ ਉਹਨਾਂ ਦੀਆਂ ਗੱਲਾਂ ਸੁਣੋ, ਇਤਿਹਾਸ ਸੁਣੋ, ਪੜ੍ਹੋ, ਫਿਰ ਪਤਾ ਚੱਲਦਾ। ਜਦੋਂ ਤੁਸੀਂ 8 ਵਜੇ ਦੇ ਸਟੇਜ ਸ਼ੁਰੂ ਹੋਵੇ, ਪ੍ਰਸੰਗ ਸ਼ੁਰੂ ਹੋਵੇ, ਦੁਨੀਆ ਇਕੱਠੀ ਆਉਂਦੀ ਹੈ, ਭੱਜੀ ਆਉਂਦੀ ਦੁਨੀਆ। ਦੁਨੀਆ ਨੂੰ ਉਡੀਕ ਕੇ ਸਟੇਜ ਨਾ ਸ਼ੁਰੂ ਕਰਿਆ ਕਰੋ। ਲੋਕ ਆਉਣਗੇ, ਸਟੇਜ ਸ਼ੁਰੂ ਕਰਾਂਗੇ, ਇੱਥੇ ਲੱਗਾ ਹੋਇਆ ਪ੍ਰਸੰਗ ਭਾਨੂਮਤੀ ਦਾ, ਇੱਥੇ ਅਨੂਪ ਕੌਰ ਦਾ, ਉਹ ਇੱਥੇ ਗੋਰਖ ਦਾ, ਜਾਦੂਗਰ ਦਾ। ਤੇ ਗੁਰੂ ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਕਿੱਦਾਂ ਆਪਣੀਆਂ ਰਹਿਮਤਾਂ ਕਰਦੇ ਆ, ਤੇ ਕਿੱਦਾਂ ਉਹ ਆਪਣੇ ਨੂੰ ਜਾ ਕੇ ਸੇਵਕ ਬਣਦਾ ਮਹਾਰਾਜ। ਉਹ ਇਹ ਪ੍ਰਸੰਗ ਹੋਵੇ ਸਿਕੰਦਰ ਲੋਧੀ ਦੀ ਜੇਲ੍ਹ ਵਿੱਚ ਕਦੋਂ ਹੋਇਆ,
ਯੋਧਿਆਂ ਦਾ ਰਾਜ ਸੀ ਹਿੰਦੁਸਤਾਨ ਦੇ ਉੱਤੇ। ਉਹ ਜੇਲ੍ਹ ਵਿੱਚ ਜਾ ਕੇ ਕਾਲਕੋੜੀ ਵਿੱਚ ਕਿੱਦਾਂ ਡੱਕੇ ਗਏ ਹੈ, ਕਿੱਦਾਂ ਰਹੇ ਹੈ। ਉਹ ਕਾਲਕੋੜੀ ਜਿੱਥੇ ਇੱਕ ਖੜੇ ਹੋਣ ਜੋਗਾ ਥਾਂ ਹੁੰਦਾ ਹੈ, ਜ਼ਹਿਰੀਲੇ ਜਾਨਵਰ, ਸੱਪ, ਟੂਹੇ ਹੋਰ ਅਤੇ ਤਿੱਖੇ ਤਿੱਖੇ ਹਥਿਆਰ, ਜਿਹੜਾ ਬੰਦਾ ਇੱਧਰੋਂ ਇੱਧਰ ਨਹੀਂ ਹੋ ਸਕਦਾ। ਨੇਰ ਘੁੱਪ ਜਦੋਂ ਇਹ ਗੱਲ ਚੱਲਦੀ ਹੋਊਗੀ, ਸਿਕੰਦਰ ਲੋਧੀ ਨੇ ਫੜ ਕੇ ਅੰਦਰ ਦਿੱਤਾ ਹੋਊਗਾ, ਤੇ ਉਸ ਵੇਲੇ ਇਹ ਇਨਕਲਾਬੀ ਰਹਿਬਰ ਜਿਹੜਾ ਹੈ, ਜਿਹਨੂੰ ਆਪਾਂ ਇਨਕਲਾਬੀ ਕਹਿੰਦੇ, ਕ੍ਰਾਂਤੀਕਾਰੀ, ਉਹਦਾ ਦਰਦ ਉਸ ਵੇਲੇ ਕੀ ਕਹਿੰਦਾ ਹੋਊਗਾ, ਉਹਦੀਆਂ ਚੀਸਾਂ ਕੀ ਕਹਿੰਦੀਆਂ ਹੋਣ। ਜਦੋਂ ਸੁਣਿਆ ਹੋਵੇ, ਕੀਤਾ ਹੋਵੇ, ਤੇ ਪਤਾ ਚੱਲਦਾ। ਉਹ ਪਤਾ ਚੱਲਦਾ ਜਦੋਂ ਹਰਦੇਵ ਸਿੰਘ ਨਾਗਰ ਦੀ ਕਚਹਿਰੀ ਜਾਂਦੇ ਆ, ਰਵੀ ਮਾਰ ਕੇ ਜੰਜੂ ਕੱਢਦੇ, ਸੀਨਾ ਪਾੜ ਲੈਂਦੇ ਆਪਣਾ। ਕਿੰਨੀ ਵੱਡੀ ਗੱਲ ਹੈ, ਬਾਪ ਛੋਟੀ ਗੱਲ ਹੈ? ਮੈਨੂੰ ਦੱਸੋ। ਰਵੀ ਮਾਰੋ, ਬਦਲ ਪਾੜ ਲਓ, ਉਹ ਕੰਡਾ ਲੱਗਿਆ ਤੇ ਦੁੱਖ ਡਾਢਾ, ਕੁੜੀ ਨੂੰ ਨਾ ਯਾਰ ਦੀ ਖਾਵਣੇ ਦੀ ਕੀ ਲੋੜ ਹੈ। ਸਹੂਲਤਾਂ ਬੜੀਆਂ ਮਿਲਦੀਆਂ ਸੀ, ਸੁੱਖ ਬੜੇ ਮਿਲਦੇ ਸੀ, ਬਹੁਤ ਸੁੱਖ ਮਿਲਦੇ ਸੀ, ਬੜੀਆਂ ਸਹੂਲਤਾਂ ਮਿਲਦੀਆਂ ਸੀ, ਔਫਰਾਂ ਬੜੀਆਂ ਸੀ। ਤੂੰ ਸਾਡੀ ਗੱਲ ਕਰ, ਮਨ ਚਾਹੇ ਮਹਾਨ ਲੈ ਲੈ, ਜਿੰਨੀ ਮਾਇਆ ਚਾਹੀਦੀ ਲੈ ਲੈ, ਤੂੰ ਸਾਡੀ ਗੱਲ ਕਰ। ਪਰ ਮਾਈ ਦਾ ਲਾਲ ਡੋਲਿਆ ਨਹੀਂ ਹੈ, ਰੱਬ ਦੀ ਮੂਰਤ ਡੋਲੀ ਨਹੀਂ ਹੈ, ਕਿਉਂਕਿ ਉਹ ਤਾਂ ਮਾਇਆ ਨੂੰ ਭਜ ਕੇ ਤੁਰਿਆ ਸੀ। ਉਹ ਤਾਂ ਧੁਰ ਦਰਗਾਹ ਤੋਂ ਅਖਤਿਆਰ ਲੈ ਕੇ ਆਇਆ ਸੀ। ਉਹਨੂੰ ਕਾਲਕੋਟ ਵਿੱਚ ਕੌਣ ਰੱਖ ਸਕਦਾ ਸੀ? ਕੋਈ ਨਹੀਂ ਰੱਖ ਸਕਦਾ। ਜਦੋਂ ਇਹ ਗੱਲਾਂ ਹੋਣਗੀਆਂ ਸਟੇਜਾਂ ਤੇ, ਰੰਬੀ ਮਾਰ ਕੇ ਜੰਜੂ ਕੱਢਦੇ ਸੀ, ਜਦੋਂ ਕਚਹਿਰੀ ਲੱਗੀ ਉਹ ਸੀ ਰਾਜੇ ਦੀ, ਜਦੋਂ ਸੀਨ ਤੁਹਾਡੇ ਸਾਹਮਣੇ ਆਉਣਗੇ, ਵਾਹ ਬੋਲੇ ਰਹਿਮਰਾ, ਏਦਾਂ ਦੀਆਂ ਕਮਾਲਾਂ। ਐਡਾ ਤੁਹਾਨੂੰ ਮਹਾਨ ਰਹਿਬਰ ਰੱਬ ਨੇ ਦਿੱਤਾ, ਐਡਾ ਤੁਹਾਨੂੰ ਸੂਰਵੀਰ ਯੋਧਾ ਦਿੱਤਾ, ਐਡਾ ਰੱਬ ਦਾ ਬੰਦਗੀ ਕਰਨ ਵਾਲਾ ਦਿੱਤਾ, ਜਿਹਨੂੰ ਪਤਾ ਕੀ ਕਿਹਾ ਗੁਰੂ ਨਾਨਕ ਸਾਹਿਬ, ਗੁਰੂ ਰਾਮਦਾਸ ਜੀ ਨੇ, ਕਹਿੰਦੇ ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖ ਜਗਾਏ, ਉਹ ਪਤ ਦੀ ਜਾਤ ਤੇ ਉਤਮ ਭਇਆ, ਚਾਰ ਵਰਣ ਪਏ ਪਾਤਾਏ, ਖੱਤਰੀ ਬ੍ਰਾਹਮਣ ਸੂਦ ਵੈਸ। ਚਾਰ ਵਰਨਾਂ ਚ ਵੰਡਿਆ ਨਾ ਹਿੰਦੁਸਤਾਨ ਦੀ, ਆਪਣੇ ਸਾਰੀ ਲੁਕਾਈ ਨੂੰ, ਮਾਨਵਤਾ ਨੂੰ, ਅਮਦ ਨੂੰ। ਤੇ ਚਾਰ ਵਰਨਾਂ ਵਿੱਚ ਵੰਡਣ ਵਾਲੇ ਜਿਹੜੇ ਸੀ, ਚਾਰੇ ਹੀ ਵਰਨਾਂ ਦੇ ਗੁਰੂ ਦੇ ਚਰਨਾਂ ਦੇ ਝੁਕਦੇ ਸੀ। ਚਾਰੇ ਵਰਨ ਹੋਏ ਚਰਨਾਂ ਦੇ ਛੋਹਣੇ ਸੀ। ਰਵਿਦਾਸ ਤੇ ਆਏ ਪ੍ਰਭ ਅਨੂਪ। ਗੁਰੂ ਅਰਜਨ ਸਾਹਿਬ ਕਹਿੰਦੇ, ਗੁਰ ਨਾਨਕ ਗੁਰ ਗੋਬਿੰਦ ਰੂਪ, ਕਹਿੰਦੇ ਰੱਬ ਦਾ ਰੂਪ ਹੋਇਆ, ਪਰਮੇਸ਼ਰ ਦਾ ਸਰੂਪ ਹੋਇਆ। ਜਿਵੇਂ ਗੁਰੂ ਨਾਨਕ ਰੱਬ ਦਾ ਸਰੂਪ ਹੋਏ, ਤਿਵੇਂ ਰਵਿਦਾਸ ਮਹਾਰਾਜ ਵੀ ਰੱਬ ਦਾ ਸਰੂਪ ਹੋਏ। ਰੱਬ ਹੋ ਪਰਮੇਸ਼ਰ ਹੋਏ, ਰੱਬ ਦੇ ਪਿਆਰੇ ਹੋਏ। ਪਰ ਇੱਥੇ ਆ ਕੇ ਲੋੜ ਕੀ ਬਣ ਰਹੀ ਹੈ? ਗੁਰਪੁਰਬ ਮਨਾਉਣ ਦਾ ਮਤਲਬ ਕੀ ਹੈ? ਸਤ ਸੰਗਤ ਮਿਲ ਰਹੀ ਹੈ, ਬਾਹਰੋਂ 640 ਸਾਲ ਹੋ ਗਏ ਪੜ੍ਹਦੇ। 40 ਮਨ ਵੀ ਕਰ ਦਿਓ, 40 ਮਨ ਵੀ ਕਰ ਦਿਓ, ਚਲੋ ਮੈਂ ਕਹਿੰਦਾ 100 ਵੀ ਮਨਫੀ ਕਰ ਦਿਓ, 500 ਸਾਲ ਲਾ ਲਓ। ਉਹ ਪੜ੍ਹਦੇ ਨੂੰ 500 ਸਾਲ ਹੋ ਗਿਆ, ਸਤ ਸੰਗਤ ਮਿਲ ਰਹੀ ਹੈ ਮਾਧੋ, ਜੈਸੇ ਮਤ ਨੂੰ ਵਖੀਰਾ। ਇਹਦੀ ਜਾਂ ਤਾਂ ਸਮਝ ਨਹੀਂ ਲੱਗੀ ਵੀ ਇਹਦੇ ਅਰਥ ਕੀ ਹੈ, ਤਾਂ ਜਾਂ ਫਿਰ ਕੱਢ ਪੈ ਗਿਆ ਹੈ, ਮਾਰਸਟ ਹੋ ਗਏ, ਮਾਰਸਟ ਹੋ ਗਏ ਬਹੁਤ। ਉਹਦੇ ਸ਼ਬਦਾਂ ਤੋਂ ਮੰਕਰ ਹੋ ਗਏ, ਉਹਦੀ ਸਿੱਖਿਆ ਤੋਂ ਮੰਕਰ ਹੋ ਗਏ, ਰੋਟੀਆਂ ਸੇਕਣ ਦੇ ਲੱਗ ਗਏ। ਜਾਂ ਇਹ ਗੱਲ ਹੋ ਗਈ ਹੈ, ਗੱਲ ਹੈਗੀ ਕਿਤੇ ਸਾਈਡ ਇਫੈਕਟ ਹੈਗਾ ਕੋਈ ਨਾ ਕੋਈ। ਔਰ ਤੁਸੀਂ ਐਡੇ ਯੋਧੇ, ਤੁਸੀਂ ਐਡੇ ਸੂਰਵੀਰ, ਤੁਸੀਂ ਹਿੰਦੁਸਤਾਨ ਦੇ ਰਾਜੇ, ਅੱਜ ਛੋਟੇ ਛੋਟੇ ਪੜਾਵਾਂ 'ਚ ਵੰਡੇ ਗਏ। ਕਿਸੇ ਨੇ ਬੜੀ ਬੜੀ ਉਦਾਹਰਣ ਦਿੱਤੀ, ਇੱਕ ਉਹ ਚਲੇ ਗਿਆ ਇੱਕ ਬੋਰ ਕਰਨ ਵਾਲੇ ਕੋ, ਮੋਟਰਾਂ ਦਾ ਬੋਰ ਕਰਦਾ,
ਉਹ ਕਹਿੰਦਾ ਜਵਾਨ ਥੱਕ ਗਿਆ ਮੈਂ ਬੋਰ ਕਰ ਕਰਕੇ, ਪਾਣੀ ਨਹੀਂ ਨਿਕਲਦਾ। ਉਹ ਕਹਿੰਦਾ ਮੈਂ ਤੈਨੂੰ ਕਿਹਾ ਸੀ ਵੀ 125 ਫੁੱਟ ਬੋਰ ਕਰ, ਪਾਣੀ ਨਿਕਲੇ ਆਉਣਾ। ਉਹ ਕਹਿੰਦਾ ਮੈਂ ਕਰ ਹਟਿਆ। ਉਹ ਕਹਿੰਦਾ ਤੂੰ ਕਿੱਦਾਂ ਕੀਤਾ ਜਿਹੜਾ ਪਾਣੀ ਨਿਕਲਿਆ, ਕੋਈ ਸਵਾਲ ਨਹੀਂ ਪੈਦਾ ਹੁੰਦਾ। ਉਹ ਕਹਿੰਦਾ ਮੈਂ ਇੱਥੇ ਇੱਕ ਖੂੰਜੇ ਇੰਨਾ ਬੋਰ ਕੀਤਾ, ਇੱਕ ਖੂੰਜੇ ਇੰਨਾ ਕੀਤਾ, ਇੱਕ ਖੂੰਜੇ ਇੰਨਾ ਕੀਤਾ, ਇੱਕ ਖੂੰਜੇ ਇੰਨਾ ਕੀਤਾ। ਉਹ 20 ਫੁੱਟ ਕਿਤੇ, 20 ਫੁੱਟ ਦੂਜੇ ਪਾਸੇ, 20 ਫੁੱਟ ਦੂਜੇ ਪਾਸੇ। ਉਹ ਕਹਿੰਦਾ ਏਦਾਂ ਕਿਤੇ ਪਾਣੀ ਨਿਕਲੇ ਹੋਊਗਾ। ਉਹ ਇੱਕ ਤਾਂ ਬੋਰ ਹੋਊ ਤਾਂ ਪਾਣੀ ਨਿਕਲਣਾ। ਹੁਣ ਅਸੀਂ ਨਾ ਨਿੱਕੇ ਨਿੱਕੇ ਬੋਰ ਕਰਨ ਲਈ, ਪਾਣੀ ਕੱਢਣੇ ਤਰਸਦੇ ਆ। ਸਤ ਸੰਗਤ ਮਿਲ ਰਹੀ ਹੈ, ਮਾਨੋ ਨੂੰ ਤਰਜੀਹ ਨਹੀਂ ਦੇ ਰਿਹਾ, ਅਡਾਪਟ ਨਹੀਂ ਕਰ, ਅਡਾਪਟ ਨਹੀਂ ਕਰ, ਅਡਾਪਟ ਨਹੀਂ ਰੋਕਦਾ। ਜੇ ਅਡਾਪਟ ਕਰਦੇ ਹੋਈਏ ਨਾ ਤਾਂ ਰੌਲੇ ਨਾ ਪੈਣ, ਮੁਕੱਦਮੇ ਨਾ ਚੱਲਣ। ਕੋਈ ਰੌਲਾ ਨਾ ਪਵੇ। ਚੌਧਰਾਂ ਦੀ ਭੁੱਖ ਨੇ ਰੌਲੇ ਪਾਤੇ। ਅਸੀਂ ਚੌਧਰਾਂ ਦੀ ਭੁੱਖ 'ਚ ਬਣ ਗਏ। ਅਸੀਂ ਉਹਦੇ ਦਰਦਾਂ ਨੂੰ ਪਛਾਣੇ ਨਹੀਂ ਰਹੇ। ਹੁਣ ਦਰਦ ਕਿੰਨੇ ਕੱਟੇ ਆ, ਉਹਦੀਆਂ ਨਵੀਆਂ ਜਿਹੜੀਆਂ ਮਾਰੀਆਂ ਉਹਨੂੰ ਦੇਖ ਹੀ ਨਹੀਂ ਰਹੇ। ਉਹ ਪਿਆਰ ਵਾਲਿਓ, ਜੇ ਕੁਛ ਲੈਣਾ, ਜੇ ਕੁਛ ਬਣਨਾ ਤਾਂ ਸਤ ਸੰਗਤ ਮਿਲ ਰਹੀ ਹੈ। ਮਾਧੋ ਮੱਕੀ ਜਿਹੜੀ ਸ਼ਹਿਦ ਦੀ ਹੈ, ਉਹਦੇ ਗੁਣ ਮੈਂ ਦੱਸਾਂ ਨੂੰ ਕਿਹੜੇ ਕਿਹੜੇ ਹੈ। ਸ਼ਹਿਦ ਦੀ ਮੱਕੀ ਜਿਹੜੀ ਹੈ, ਇੱਕ ਤਾਂ ਇਕੱਠ ਦਾ ਉਹਦਾ ਸਬੂਤ ਹੈ ਵੱਡਾ, ਇੱਕ ਉਹ ਰਾਣੀ ਮੱਖੀ ਦਾ ਹੁਕਮ ਮੰਨਦੀ ਹੈ। ਮੈਨੂੰ ਦੱਸੋ ਤੁਸੀਂ ਕਿਹੜੇ ਹਾਈ ਕਮਾਂਡ ਦਾ ਹੁਕਮ ਮੰਨਦੇ? ਮੱਖੀ ਜਾਨਵਰ ਆ, ਇਹ ਉਹ ਜਦੋਂ ਛੇੜਦੀਆਂ ਰਾਣੀ ਮੱਖੀ, ਜਦੋਂ ਨਾ ਆਪਣੇ ਉਹਨਾਂ ਨੂੰ ਕਹਿੰਦੀ ਹੈ, ਉਹ ਝੱਟ ਝੱਟ ਕੇ ਪੈ ਜਾਂਦੀ ਹੈ। ਬੰਦੇ ਦੀ ਬਹੁਤ ਕਰ ਦਿੰਦੀ ਰਾਣੀ ਮੱਖੀ, ਜਿਹੜੀ ਉਹਨਾਂ ਦੀ ਰਾਣੀ ਮੱਖੀ। ਤੇ ਸਾਡੇ ਜਿਹੜੇ ਕਮਾਂਡਰ ਹੈ, ਜਾਂ ਤਾਂ ਕਮਾਂਡਰਾਂ 'ਚ ਕਮੀ ਹੈ, ਸਾਡੇ 'ਚ ਕਮੀ ਹੈ। ਸਾਡੀ ਰਾਣੀ ਮੱਖੀ 'ਚ ਕਮੀ ਹੈ। ਦੂਜਾ ਗੰਦਗੀ ਤੇ ਨਹੀਂ ਬਹਿੰਦੀ, ਗੰਦੇ ਥਾਂ ਤੇ ਨਹੀਂ ਕਦੀ ਬਹੂਗੀ। ਜਿਹੜੀ ਹੈ ਨਾ ਸ਼ਹਿਦ ਦੀ ਮੱਖੀ ਹੈ, ਮਧੂ ਮੱਖੀ, ਉਹ ਗੰਦੇ ਥਾਂ ਨਹੀਂ ਬਹਿੰਦੀ। ਉਹ ਜੇ ਬਹਿੰਦੀ ਹੈ ਤੇ ਸੁਗੰਧ ਵਾਲੀ ਜਗ੍ਹਾ ਤੇ ਬਹਿੰਦੀ। ਜਿੰਨਾ ਚਿਰ ਅਸੀਂ ਉਹਦੀ ਰੀਸ ਨਹੀਂ ਕਰਾਂਗੇ, ਉਹਨਾਂ ਚਿਰ ਸਾਡਾ ਕਾਮਯਾਬ ਹੋਣਾ ਬਹੁਤ ਔਖਾ ਹੈ। ਜੇ ਦਿੱਲੀ ਵਿੱਚ 15 ਗੁਰਦੁਆਰੇ, 15 ਮੰਦਿਰ ਹੈ, ਜੇ ਇੱਕ ਇੱਕ ਮੰਦਿਰ ਵਿੱਚ ਤਰੀਕਾ ਬਣ ਕੇ ਪ੍ਰਬੰਧਕਾਂ ਦੀ ਸਲਾਹ ਨਾਲ ਪ੍ਰੋਗਰਾਮ ਰੱਖੇ ਹੋਣ, ਮੇਰਾ ਖਿਆਲ ਹੈ ਵੀ ਤੁਸੀਂ ਆ ਸਾਰੀ ਸੜਕ ਬਣ ਲਓ, ਇੱਧਰ ਬਣ ਲਓ, ਤਾਂ ਵੀ ਥੋੜੀ ਹੈ। ਪਰ ਦੁੱਖ ਇਸੇ ਗੱਲ ਦਾ ਵੀ ਸਾਡੀਆਂ ਕਮਜ਼ੋਰੀਆਂ ਹੈ ਵੀ ਸਾਨੂੰ ਚੌਧਰਾਂ ਨੇ ਮਾਰ ਲਿਆ। ਜੇ ਰੱਬ ਨੇ ਦਿੱਤਾ ਮੌਕਾ ਗੁਰੂ ਰਵਿਦਾਸ ਜੀ ਨੇ ਸੋਹਣੇ ਰਮਾਨ ਬਣਨ ਦਾ, ਸੋਹਣੇ ਪੈਂਟਾਂ ਕਮੀਜ਼ਾਂ ਪਾਉਣ ਦਾ, ਸੋਹਣੇ ਘਰ ਦਿੱਤੇ, ਗੱਡੀਆਂ ਕਾਰਾਂ ਦਿੱਤੀਆਂ। ਜੇ ਇਹਨੇ ਸੋਹਣੇ ਸਾਨੂੰ ਥਾਂ ਤੇ ਏਸੀ ਹਾਲ ਦਿੱਤੇ, ਜਿਹੜਾ ਤੁਸੀਂ ਲਵਾਇਆ ਏਸੀ ਹਾਲ 'ਚ, ਜਿਹੜਾ ਏਸੀ ਹਾਲ ਬਣਾਇਆ, ਤਾਂ ਫਿਰ ਇੱਥੇ ਆ ਕੇ ਆਨੰਦ ਮਾਣੋ, ਗੁਰੂ ਦੀ ਬਾਣੀ ਦਾ ਆਨੰਦ ਮਾਣੋ। ਸੰਤ ਰਾਮਾਨੰਦ ਜੀ ਬੜਾ ਸਾਡਾ ਪਿਆਰ ਰਿਹਾ, ਬਹੁਤ ਪਿਆਰ ਰਿਹਾ। ਅਸੀਂ ਇੰਗਲੈਂਡ ਇਕੱਠੇ ਕਰਦੇ ਰਹੇ, ਘੰਟਾ 2-2 ਘੰਟੇ ਲਾਉਣੇ ਸੀ। ਗੁਰਦੁਆਰਾ ਬਰਮਿੰਘਮ ਸੜ ਗਿਆ, ਬਾਬਾ ਗਰੀਬਦਾਸ ਕਹਿੰਦੇ ਮੈਂ ਵੀ ਉੱਥੇ ਜੀ, ਕਹਿੰਦੇ ਵੀ ਆਉਣਾ। ਮੈਂ ਤਾਂ ਰਾਮਾਨੰਦ ਉਹਨਾਂ ਨੇ ਨਾ ਬਾਬਾ ਜੀ ਨੇ ਬੈਠੇ ਰਹਿਣਾ, ਪਹਿਲਾਂ ਮੈਂ ਲਾਉਣਾ ਟਾਈਮ, ਫਿਰ ਬਾਬਾ ਰਾਮਾਨੰਦ ਜੀ ਲਓ। ਤਾਂ ਉਹਨਾਂ ਦਾ ਗੁਰਦੁਆਰਾ ਸੜ ਗਿਆ ਸੀ, ਅਸੀਂ ਤੋਂ ਪੈਸੇ ਨਹੀਂ ਲਏ। ਇਹੋ ਜਿਹੇ ਜਿਹੜੇ ਸ਼ਬਦ ਸੰਤ ਲੋਕ ਇੱਥੇ ਦੁਨੀਆ ਤੇ ਆਉਂਦੇ ਹੈ, ਉਹ ਦੁਨੀਆ ਨੂੰ ਸੇਧ ਦੇਣ ਆਉਂਦੇ ਆ। ਜੇ ਤੁਸੀਂ ਸੰਤ ਹੀ ਮਾਰ ਦਿੰਦੇ ਆ, ਸੇਧ ਦੇਣ ਵਾਲੇ ਮਾਰ ਦਿੰਦੇ ਆ। ਜਿਹੜਾ ਕਿਸੇ ਦੀ ਬੁਰਾਈ ਨਹੀਂ ਕਰਦਾ, ਮੁਖਾਲਫਤ ਨਹੀਂ ਕਰਦਾ, ਉਹ ਰੱਬ ਦੀ ਗੱਲ ਕਰਦਾ, ਰੱਬ ਦੀ ਗੱਲ ਕਰੀ ਜਾਂਦਾ। ਜੇ ਫਿਰ ਵੀ ਤੁਸੀਂ ਉਹਨਾਂ ਰਿਆ ਕਰਦੇ ਹੋ ਤਾਂ ਫਿਰ ਸਾਧ ਸੰਗਤ ਜੀ ਕਿਹੜੇ ਜੁਰਮ ਦੀ ਗੱਲ ਹੈ। ਅੱਜ ਵੀ ਸਾਡੇ ਨਾਲ ਰਿਆ ਹੋ ਰਿਹਾ ਹੈ। ਇਸ ਵਾਸਤੇ ਸਾਧ ਸੰਗਤ ਜੀ ਮੈਂ ਬੇਨਤੀ ਕਰਦਾ, ਪੁਰਜ਼ੋਰ ਅਪੀਲ ਕਰਦਾ, ਤੁਹਾਡੇ ਚਰਨਾਂ ਦੇ ਵਿੱਚ ਕਰਦਾ, ਮੈਂ ਬੇਨਤੀ ਕਰਦਾ ਹੱਥ ਜੋੜ ਕੇ ਕਿ ਆਪਾਂ ਗੁਰੂ ਰਵਿਦਾਸ ਮਹਾਰਾਜ ਦੇ ਪ੍ਰੇਮੀ ਬਣਨਾ, ਸੇਵਕ ਬਣਨਾ, ਉਹਨਾਂ ਦੇ ਚਰਨਾਂ ਨਾਲ ਜੁੜਨਾ ਹੈ, ਉਹਨਾਂ ਦੇ ਇਤਿਹਾਸ ਸਰਵਣ ਕਰਨੇ ਹੈ। ਪਰ ਮੈਂ ਇਹ ਵਾਰ-ਵਾਰ ਗੱਲ ਕਹਿਣੀ ਚਾਹੁੰਦਾ ਵੀ ਸਿਮਰਨ ਕਰੋ, ਬੰਦਗੀ ਕਰੋ, ਪਰ ਬੰਦਗੀ ਕਰਦੇ ਨਾਲ ਵੀਰ ਨਾਲ ਜ਼ਰੂਰ ਆਪਣੀ ਰੱਖਿਆ ਜ਼ਰੂਰ ਕੋਸ਼ਿਸ਼ ਕਰੀਏ। ਪਾਰੇ ਦੂਰ ਹੋ ਜਾਣ, ਭਾਰੋਂ ਮਿਟ ਜਾਣ, ਇੱਕ ਦੂਜੇ ਦਾ ਵੈਰ ਵਿਰੋਧ ਮਿਟ ਜਾਵੇ। ਧਾਰਮਿਕ ਤੌਰ ਤੇ ਜਿਹੜਾ ਆ ਦੁਨੀਆ ਦੇ ਉੱਤੇ ਇੱਕੋ ਨਾਮ ਹੋਵੇ। ਹੁਣ ਇੱਥੇ ਬੁਲੰਦ ਦੇ ਬੈਠੇ, ਬੁਲੰਦ ਸ਼ਹਿਰ ਦੇ ਬੈਠੇ ਆ,
ਇੱਥੇ ਮੱਧ ਪ੍ਰਦੇਸ਼ ਦੇ ਸੰਤ ਬੈਠੇ ਆ, ਇਹ ਆਪਣੇ ਕੋਲ ਗਾਈ ਜਾਂਦੇ, ਅਸੀਂ ਆਪਣੇ ਪੰਜਾਬ 'ਚ ਗਾਈ ਜਾਂਦੇ ਆ, ਦਿੱਲੀ ਵਾਲੇ ਆਪਣੇ ਗਾਈ ਜਾਂਦੇ ਆ। ਪਰ ਜੇ ਤੁਸੀਂ ਇੱਕ ਗੱਲ ਮੰਨੋ, ਜਿਹੜੇ ਹੋਰ ਬਾਕੀ ਲੋਕ ਇੱਥੇ ਆ ਕੇ ਬੈਠੇ ਦਿੱਲੀ ਪੰਜਾਬ ਤੋਂ ਜਾਂ ਹੋਰ ਸੂਬਿਆਂ ਤੋਂ, ਜੇ ਉਹ ਆਪਣਾ ਇੱਕੋ ਹੀ ਆਪਣੇ ਨਿਸ਼ਾਨਾ ਰੱਖ ਸਕਦੇ ਕਿ ਤੁਸੀਂ ਨਹੀਂ ਰੱਖ ਸਕਦੇ ਸਾਰੇ ਜਿਹੜੇ, ਤੁਹਾਨੂੰ ਕੀ ਗੱਲ ਹੋਈ? ਤੁਹਾਨੂੰ ਵੀ ਇੱਕ ਹੋਣਾ ਚਾਹੀਦਾ। ਇਸ ਵਾਸਤੇ ਮੇਰੀ ਤਾਂ ਇਹੀ ਅਪੀਲ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਦਾ ਗੁਰਪੁਰਬ ਮਨਾਉਣ ਦਾ ਮਤਲਬ ਹੀ ਇਹ ਹੈ ਵੀ ਆਪਾਂ ਇਕੱਠੇ ਹੋਣਾ, ਇਕੱਠੇ ਹੋਣਾ ਹੈ, ਆਪਾਂ ਗੁਰੂ ਦੇ ਚਰਨਾਂ ਨਾਲ ਜੁੜਨਾ ਹੈ। ਜੇ ਗੁਰੂ ਦੇ ਚਰਨਾਂ ਨਾਲ ਜੁੜਾਂਗੇ ਤਾਂ ਸਦੀਵ ਕਾਲ ਸੁਖ ਮਿਲ ਸਕਦੇ। ਮੈਨੂੰ ਬਹੁਤੇ ਇੱਥੋਂ ਸੱਜਣ ਮਿਲੇ ਹੈ, ਉਹਨਾਂ ਨੇ ਦੱਸਿਆ ਵੀ ਜਦੋਂ ਵੀ ਅਰਦਾਸ ਕਰਦੇ ਸਾਡੀ ਪੂਰੀ ਹੁੰਦੀ ਹੈ, ਮਤਲਬ ਅੰਦਰੋਂ ਕਰਨਾ। ਜੇ ਕਿਸੇ ਨਾਲ ਗੱਲ ਕਰਨੀ ਚਾਹੀਏ ਅੰਦਰੋਂ ਤਾਂ ਅੰਦਰੋਂ ਹੋ ਜਾਂਦੀ ਹੈ, ਰੱਬ ਨਾਲ ਜੇ ਹੋ ਸਕਦੀ ਹੈ ਤਾਂ ਬੰਦੇ ਨਾਲ ਕਿਉਂ ਨਹੀਂ ਹੋ ਸਕਦੀ? ਬਈ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਇੱਕੋ ਮਹਾਨ ਰਹਿਬਰ, ਦੁਨੀਆ ਤੇ ਇੱਕੋ ਇੱਕ ਰਹਿਬਰ ਆ ਗਰੀਬ ਵਰਗ ਦੇ ਵਿੱਚ ਪੈਦਾ ਹੋ ਕੇ, ਜਿਹਨੇ ਨਾਮ ਨਾਲ ਸਾਰੇ ਸੰਸਾਰ ਦੀ ਕੱਟਦਿਆ ਹੋਇਆ, ਸਾਰਾ ਸੰਸਾਰ ਪੂਰਾ ਨੂੰ ਇਸ ਕਰੀ ਚੁੱਕ ਰਿਹਾ, ਪੂਰਾ ਵਰਲਡ ਚੁੱਕ ਰਿਹਾ, ਪੂਰਾ ਵਰਲਡ ਚੁੱਕ ਰਿਹਾ। ਉਹਨਾਂ ਦੀ ਬਾਣੀ ਕਰ ਰਿਹਾ, ਉਹਨਾਂ ਨੂੰ ਮੱਥਾ ਟੇਕ ਰਿਹਾ, ਔਰ ਉਹ ਸਾਡੇ ਵਿੱਚੋਂ ਹੋ ਕੇ